तरीक हैगी जी 28/4/2023। पिंड रंगड़ी सरसा। ड्राइव लाई है जी 3 HP की सिंगल तो 3। ये भंडारी इंजीनियर कारपोरेशन तो लवाई है जी बठिंडा फौजी चौक रंगड़ी पट्ठे ते लाई है जी। ये अंपेयर है जी, एक अंपेयर ले रही है जी। ये चक्कर ये है जी 700। सिर्फ 1.5 अंपेयर ते चल रही है जी। 700 चक्कर चल रही है। 3 HP है जी सिंगल तो 3। भंडारी इंजीनियर कारपोरेशन फौजी चौंक बठिंडा उतों भाइयों ने लवाई है जी। सरसे लाई है जी। पुछते हैं जी भाइयों तो की कहते हैं। ओके हाँ जी सर, मैं भंडारी इंजीनियरिंग कारपोरेशन तो हरमिंदर सिंह जुल्का जी। ਅੱਜ ਅਸੀਂ ਤੁਹਾਡੇ ਇੱਥੇ ਰੰਗਰੀ ਰੋਡ ਦੇ ਉੱਤੇ ਮੇਰੇ ਖਿਆਲ ਮੈਨੂੰ ਲੱਗਦਾ ਵੀ ਅਸੀਂ 5ਵੀਂ 7ਵੀਂ ਡਰਾਈਵ ਲਾਈ ਹੈਗੀ ਹੈ। ਪਰ ਜਿਹੜੀ ਆ ਤੁਹਾਡੀ ਮੋਟਰ ਲਾਈ ਹੈ ਅਸੀਂ ਤੀਜੀ ਚੌਥੀ ਸਿੰਗਲ ਫੇਸ ਵਾਲੀ ਮੋਟਰ ਹੈ, ਕਿਉਂਕਿ ਡਰਾਈਵ ਜਿਹੜੀਆਂ ਅਸੀਂ ਇੱਧਰ ਤੁਹਾਡੇ ਏਰੀਆ 'ਚ ਕਾਫੀ ਪੱਠੇ ਹੈ। ਅਸੀਂ ਲਗਭਗ 7-8 ਡਰਾਈਵਾਂ ਇੱਧਰ ਲਾਈਆਂ ਪਈਆਂ ਇਸ ਰੋਡ ਦੇ ਉੱਤੇ। 10-11 ਪੱਠੇ ਆ ਪਰ 7-8 ਸਾਡੀਆਂ ਲੱਗ ਚੁੱਕੀਆਂ ਇੱਧਰ। ਇਹ ਸਿੰਗਲ ਡਰਾਈਵ ਹੈ। ਸਿੰਗਲ ਡਰਾਈਵ ਦੇ ਨਾਲ ਸਿੰਗਲ ਮੋਟਰ ਸਿੰਗਲ ਡਰਾਈਵ ਤੁਹਾਡਾ ਸਿੰਗਲ ਫੇਸ ਕਨੈਕਸ਼ਨ ਸੀਗਾ। ਤੁਸੀਂ 3 ਫੇਸ ਕਨੈਕਸ਼ਨ ਲੈਣਾ ਚਾਹੁੰਦੇ ਸੀ, ਅਸੀਂ ਤੁਹਾਨੂੰ ਕਿਹਾ ਵੀ ਤੁਹਾਡਾ ਸਿੰਗਲ ਫੇਸ ਤੇ ਕੰਮ ਵਧੀਆ ਕਰ ਦਾਂਗੇ। ਤੇ ਭਾਜੀ ਨੇ ਜਿਹੜੇ ਤੁਹਾਡੇ ਮਾਮਾ ਜੀ ਹੈ ਰਮੇਸ਼ ਜੀ, ਜਿਹੜੇ ਤੁਹਾਡੇ ਮਾਮਾ ਜੀ ਆ ਉਹਨਾਂ ਨਾਲ ਸਾਡੀ ਸਾਰੀ ਬੈਠਕ ਹੋਈ। ਉਹ ਬਠਿੰਡੇ ਵੀ ਸਾਡੇ ਕੋਲ ਆਏ ਸੀਗੇ ਤੇ ਉਹਨਾਂ ਨੂੰ ਅਸੀਂ ਦੱਸਿਆ ਸੀਗਾ। ਫਿਰ ਅਸੀਂ 2-4 ਦਿਨ ਪਹਿਲਾਂ ਆਪਾਂ ਸਾਰੇ ਹੀ ਬੈਠੇ ਸੀਗੇ, ਆਪਾਂ ਮਿਲ ਕੇ ਗਏ ਸਾਰੇ, ਤੁਹਾਨੂੰ ਦੱਸਿਆ ਸੀਗਾ ਇਹਦਾ। ਇਹ ਆਪਾਂ ਨਾ ਅਸੀਂ ਸੋਚਦੇ ਪਏ ਸੀ ਜਦੋਂ ਅਸੀਂ ਕੱਲ ਗਏ, ਲਾਈਟ ਹੈ ਨਹੀਂ ਸੀ। ਕੱਲ ਵੀ ਅਸੀਂ ਇੱਥੇ ਲਾਣ ਆਏ ਸੀ ਤੇ ਕੱਲ ਲਾਈਟ ਨਾ ਹੋਣ ਕਰਕੇ ਅੱਧਾ ਕੰਮ ਫਿਰ ਅਸੀਂ ਵਿੱਚੇ ਹੀ ਛੱਡ ਗਏ ਸੀਗੇ ਜੀ। ਤੇ ਅੱਜ ਚਲੋ ਮਹਾਰਾਜ ਦੀ ਕਿਰਪਾ ਹੋਈ ਹੈ ਵੀ ਲਾਈਟ ਵੀ ਰਹੀ ਹੈ ਕੱਟ ਦੇ ਬਾਵਜੂਦ ਵੀ, ਤੇ ਆਪਣਾ ਕੰਮ ਵੀ ਸਾਰਾ ਸਹੀ ਹੋ ਗਿਆ। ਇਹ ਉਹਨੇ ਚੱਕਰ ਆਪਾਂ ਨੂੰ ਔਖਾ ਲੱਗਦਾ ਜਿੰਨੇ ਚਿਰ ਆਪਾਂ ਇਸ ਤੇ ਕੰਮ ਨਹੀਂ ਸ਼ੁਰੂ ਕਰਦੇ ਜੀ। ਹੁਣ ਜਦੋਂ ਆਪਾਂ ਕੰਮ ਸ਼ੁਰੂ ਕਰਤਾ ਨਾ ਜੀ, ਲੱਗ ਗਿਆ ਹੁਣ 1 ਦਿਨ 2 ਦਿਨ 5 ਦਿਨ 10 ਦਿਨ ਹਫ਼ਤੇ ਬਾਅਦ ਤੁਸੀਂ ਮਾਸਟਰ ਬਣ ਜਾਓਗੇ। ਤੁਹਾਨੂੰ ਇਹਦੀ ਆਦਤ ਪੈ ਜੂਗੀ, ਤੁਹਾਨੂੰ ਇੰਜਣ ਤੇ ਕੰਮ ਕਰਨਾ ਬੜਾ ਔਖਾ ਲੱਗੂਗਾ। ਸਰ ਤੁਹਾਡਾ ਆਪਾਂ ਪੁੱਛਿਆ ਤੇ ਲਗਭਗ ਸਾਰੇ ਪੱਠਿਆਂ ਤੇ ਇਕੁਅਲ ਜੀ ਐਵਰੇਜ ਬਣਦੀ ਹੈਗੀ ਹੈ। 35-40 ਹਜ਼ਾਰ ਰੁਪਏ ਡੀਜ਼ਲ ਤੁਹਾਡਾ ਪੱਠੇ ਦਾ ਲੱਗਦਾ ਸੀ ਨਾ ਜੀ। 30-35 ਹਜ਼ਾਰ ਰੁਪਇਆ ਡੀਜ਼ਲ ਫੁਕਦਾ ਸੀ ਨਾ। 35 ਹਜ਼ਾਰ ਅਰਾਊਂਡ ਫਿਕਰ ਸੀ ਮਹੀਨੇ ਦਾ ਲਾ ਲਓ, ਚਲੋ 30 ਲਾ ਲਓ ਜੀ। 1000 ਰੁਪਇਆ ਰੋਜ਼ ਦੀ ਐਵਰੇਜ ਆ ਗਈ। ਪਰ ਤੁਹਾਨੂੰ ਹੁਣ ਇਹ ਡਰਾਈਵ ਲਾਉਣ ਦਾ ਤੁਹਾਨੂੰ ਇਹਦਾ ਫਾਇਦਾ ਕੀ ਹੋਣਾ ਹੈ? ਇਹ ਦੇਖੋ ਹੈ ਬੜੀ ਛੋਟੀ ਜਿਹੀ ਚੀਜ਼ ਹੈ ਜੀ, ਪਰ ਇਹਦੇ ਕੰਮ ਬੜੇ ਗੁਣਕਾਰੀ ਕੰਮ ਹੈ ਜੀ। ਬੜੇ ਵੱਡੇ ਕੰਮ ਹੈ ਜਿਹੜੇ ਆਪਾਂ ਕਦੇ ਸੋਚੇ ਵੀ ਨਹੀਂ ਹੁੰਦੇ, ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਜੀ। ਇਹ ਇਸ ਤਰ੍ਹਾਂ ਦੇ ਕੰਮ ਕਰਦੀ ਹੈ ਜੀ ਡਰਾਈਵ ਪਲੱਸ ਮੋਟਰ। ਇਹ ਸਾਡੇ ਭੰਡਾਰੀ ਸਾਹਿਬ ਨੇ ਕੰਪਨੀ ਨੂੰ ਸਪੈਸ਼ਲ ਕਰਮਟਨ ਨੂੰ ਕਹਿ ਕੇ ਇਹ ਜਿਹੜੀ ਮੋਟਰ ਤਿਆਰ ਕਰਾਈ ਹੈ 3 ਫੇਸ ਹਾਈ ਪਾਵਰ ਮੋਟਰ ਹੈ ਜੀ। ਇਹ ਇਕੁਅਲ ਟੂ 5 ਹਾਰਸ ਪਾਵਰ ਦੇ ਬਰਾਬਰ ਕੰਮ ਕਰਦੀ ਹੈ ਮੋਟਰ ਜੀ। ਆਮ ਤੁਹਾਨੂੰ ਇਹ ਮੋਟਰ ਜਿਹੜੀ ਹੈ ਜ਼ਿਆਦਾ ਨਹੀਂ ਮਿਲੂਗੀ। ਇਹ ਜਿਨ੍ਹਾਂ ਨੂੰ ਨੌਲੇਜ ਹੈ ਇਸ ਦੀ ਉਹਨਾਂ ਨੂੰ ਹੀ ਪਤਾ ਹੋਊਗਾ ਜੀ। ਤੁਹਾਨੂੰ ਡਰਾਈਵ ਵਗੈਰਾ ਇਹ ਸਭ ਕੁਝ ਲਾ ਕੇ ਦੇ ਸਕਦਾ, ਹਰ ਬੰਦਾ ਦੇ ਸਕਦਾ, ਮੈਂ ਬਾਰ-ਬਾਰ ਕਹਿੰਦਾ ਹੁੰਦਾ। ਪਰ ਤੁਹਾਨੂੰ ਜਿਹੜੀ ਮੇਨ ਮੈਂ ਦੇਖਿਆ ਪੱਠਿਆਂ ਦੇ ਉੱਤੇ ਜਿਹੜੀ ਲੋੜ ਪੈਂਦੀ ਹੈ ਨਾ ਜੀ, ਉਹ ਸਰਵਿਸ ਦੀ ਲੋੜ ਪੈਂਦੀ ਹੈ ਜੀ। ਔਰ ਸਰਵਿਸ ਵਾਸਤੇ ਅਸੀਂ ਹਮੇਸ਼ਾ ਤਤਪਰ ਰਹਿੰਦੇ ਹਾਂ। ਅਸੀਂ ਕਸਟਮਰ ਨੂੰ ਦਿੰਦੇ ਹੀ ਸਰਵਿਸ ਆ ਜੀ। ਅਸੀਂ ਚੀਜ਼ ਵੇਚਦੇ ਹੀ ਨਹੀਂ, ਅਸੀਂ ਸਰਵਿਸ ਹੀ ਦਿੰਦੇ ਹਾਂ ਜੀ। ਠੀਕ ਹੈ ਨਾ ਜੀ। ਔਰ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਦੇਖੋ ਹੁਣ ਤੁਸੀਂ ਜਿਵੇਂ ਤੁਹਾਡਾ 30-35 ਹਜ਼ਾਰ ਰੁਪਏ ਦਾ ਤੇਲ ਮੱਚਦਾ ਸੀਗਾ ਜੀ। ਹੁਣ ਆਪਾਂ ਜਿਹੜੇ ਤੁਹਾਡੇ ਤੁਸੀਂ ਦੇਖੋ ਇੱਥੇ ਆਪਾਂ ਡਰਾਈਵ ਲਾਈ ਹੈ। ਡਰਾਈਵ ਲਾਉਣ ਤੋਂ ਬਾਅਦ ਹੁਣ ਵੀ ਜਿਹੜਾ ਤੁਹਾਡਾ ਹੈਗਾ ਜਿਹੜੇ ਅੰਪੇਅਰ ਆ ਰਹੇ ਹੈਗੇ 2 ਅੰਪੇਅਰ ਤੇ ਕੰਮ ਕਰਦੀ ਪਈ ਹੈ। 2 ਅੰਪੇਅਰ ਔਰ 700 ਚੱਕਰ ਦੇ ਉੱਤੇ ਕੰਮ ਕਰਦੀ ਹੈਗੀ ਆ। ਮੀਨਸ ਕੀ ਕਹਿਣ ਦਾ ਮਤਲਬ ਜੇ 2 ਅੰਪੇਅਰ ਤੇ ਕੰਮ ਕਰਦੀ ਹੈ, ਜਿਹੜਾ 30 ਹਜ਼ਾਰ ਦਾ ਤੁਹਾਡਾ ਬਿੱਲ ਸੀ ਨਾ ਉਹ 10 ਹਜ਼ਾਰ ਦੇ ਉੱਤੇ ਆ ਜਾਣਾ। ਯਾਨੀ ਕਿ ਤੁਹਾਨੂੰ 20 ਹਜ਼ਾਰ ਦਾ ਸਿੱਧਾ ਫਾਇਦਾ ਹੋਣਾ ਹੈ। ਠੀਕ ਹੈ ਨਾ ਜੀ। ਇਹ ਤੁਸੀਂ ਹੁਣ ਜਦੋਂ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪੇ ਪਤਾ ਲੱਗ ਜੂਗਾ ਆਟੋਮੈਟਿਕ। ਔਰ ਸਭ ਤੋਂ ਵੱਡਾ ਫਾਇਦਾ ਜਿਹੜਾ ਹੋਣਾ ਹੈ ਨਾ ਜੀ, ਸਭ ਤੋਂ ਵੱਡਾ ਫਾਇਦਾ ਜਿਹੜਾ ਹੋਣਾ ਤੁਹਾਨੂੰ ਫਿਊਲ 'ਚੋਂ ਹੋਣਾ, ਕਿਉਂਕਿ ਪੱਠੇ ਮਾਲਕਾਂ ਨੂੰ ਜ਼ਿਆਦਾ ਫਿਊਲ ਦਾ ਖਰਚਾ ਪੈਂਦਾ ਹੈਗਾ ਜੀ। ਤੁਸੀਂ ਇਹ ਮੇਰੀਆਂ ਗੱਲਾਂ ਤੁਹਾਨੂੰ ਐ ਲੱਗਣੀਆਂ ਯਾਰ ਇਹ ਬੜੀਆਂ ਅਜੀਬ ਜੀਆਂ ਗੱਲਾਂ ਕਰਦੇ ਪਏ ਵੀ ਫਿਊਲ 'ਚੋਂ ਤੁਹਾਨੂੰ ਕਿਵੇਂ ਬੱਚਤ ਹੋ ਜਾਣੀ ਹੈ ਨਾ ਜੀ। ਪਰ ਇਹ ਅਸੀਂ ਤੱਤ ਕੱਢਿਆ ਹੋਇਆ, ਸਾਨੂੰ ਕੰਪਨੀਆਂ ਨੇ ਸਿਖਾਇਆ ਵੀ 7 ਤੋਂ 8%, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਫਰਕ ਪੈਂਦਾ ਹੈ ਫਿਊਲ ਦੇ ਉੱਤੇ ਆਉਂਦੀ ਹੈ ਐਵਰੇਜ ਜੀ। ਤੁਸੀਂ ਡੀਜ਼ਲ ਲੈ ਲਓ, ਤੁਸੀਂ ਕੋਲਾ ਲੈ ਲਓ, ਤੁਸੀਂ ਤੂੜਾ ਲੈ ਲਓ, ਤੁਹਾਡਾ ਸਭ ਤੋਂ ਜ਼ਿਆਦਾ ਖਰਚਾ ਪੱਠੇ ਮਾਲਕ ਦਾ ਫਿਊਲ ਦੇ ਉੱਤੇ ਹੁੰਦਾ ਕਿ ਨਹੀਂ ਹੁੰਦਾ ਜੀ। 30 ਲੱਖ ਰੁਪਏ ਜਿਹੜੇ ਪੱਠੇ ਕੋਲੇ ਦੇ ਪੱਠੇ ਆ ਉਹਨਾਂ ਦੇ 30-35 ਲੱਖ ਰੁਪਏ ਦਾ ਮਹੀਨੇ ਦਾ ਕੋਲਾ ਬਲਦਾ ਜੀ।
ਠੀਕ ਹੈ ਨਾ ਜੀ। ਜਦ ਜੇ ਤੂੜਾ ਲਾਓ ਤਾਂ ਅੱਧੇ ਦਾ ਤੂੜਾ ਬਲਦਾ ਤੁਹਾਡਾ ਜੀ, ਮੋਟਾ ਮੋਟਾ ਲਾ ਲਓ ਵੀ 15-20 ਲੱਖ ਰੁਪਏ ਦਾ ਤੁਹਾਡਾ ਤੂੜਾ ਬਲਦਾ ਕਿ ਨਹੀਂ ਬਲਦਾ, ਤੁਹਾਨੂੰ ਪਤਾ ਹੋਊਗਾ ਰਮੇਸ਼ ਜੀ, ਦੱਸੋ ਤੁਸੀਂ। ਬਲਦਾ ਹੈ ਨਾ ਜੀ। ਤੇ ਇਸੇ ਤਰ੍ਹਾਂ ਹੀ ਜੇ ਡੀਜ਼ਲ ਹੈ ਤਾਂ ਡੀਜ਼ਲ 30-35 ਹਜ਼ਾਰ ਰੁਪਏ ਦਾ ਤੁਹਾਡਾ ਡੀਜ਼ਲ ਵੱਜਦਾ, ਤੇ ਜੇ ਕੰਪਨੀ 7-8% ਕਹਿੰਦੀ ਹੈ, ਪਰ ਆਪਾਂ ਇਹਨੂੰ ਮੰਨਦੇ ਆ 5%। 5% ਦਾ ਮਤਲਬ ਵੀ ਜੇ ਤੁਹਾਡਾ 1.5 ਲੱਖ ਦਾ 30 ਲੱਖ ਰੁਪਏ ਦਾ ਬੰਦਾ ਤਾਂ 1.5 ਲੱਖ ਰੁਪਏ ਤੁਹਾਡੀ ਆਪਾਂ 1.5 ਵੀ ਨਹੀਂ ਮੰਨਦੇ, ਆਪਾਂ ਮੰਨਦੇ ਹੀ ਲੱਖ ਰੁਪਏ ਜੀ, ਠੀਕ ਹੈ ਨਾ ਜੀ। ਔਰ ਤੁਸੀਂ ਬਾਲਦੇ ਹੋ ਤੂੜਾ ਜੀ, ਤੁਹਾਡੀ ਐਵਰੇਜ ਤੂੜੇ ਦੀ ਯਾਨੀ ਕਿ ਕਹਿੰਦਾ ਤਾਂ ਲੱਖ ਰੁਪਏ ਦੀ ਬਣਦੀ ਆ ਬੱਚਤ, ਜਿਹੜੀ ਬਣਦੀ ਹੈ ਜੀ ਐਵਰੇਜ, ਜਿਹੜੇ ਜੇ 15 ਲੱਖ ਦਾ ਜਾਂ 20 ਲੱਖ ਦਾ ਬਾਲਦੇ ਹੋ ਤਾਂ ਲੱਖ ਰੁਪਏ ਤੁਹਾਨੂੰ ਬੱਚਤ ਹੈ ਜੀ। ਪਰ ਆਪਾਂ ਹਰ ਪਾਸੋਂ ਤੁਹਾਨੂੰ ਹਰ ਛੋਟ ਲੈਵਲ 'ਚ ਕਰ ਦਿੰਦੇ ਆ ਤੁਹਾਡਾ ਕੰਮ, ਆਪਾਂ 50 ਲੱਖ ਵੀ ਨਹੀਂ ਮੰਨਦੇ, ਆਪਾਂ ਸਿੱਧਾ 50,000 ਤੇ ਆ ਜਾਂਦੇ ਆ ਜੀ, ਅੱਧਾ ਕਰ ਦਿੰਦੇ ਆ, ਠੀਕ ਹੈ ਨਾ ਜੀ। ਤੇ 50,000 ਦੀ ਬੱਚਤ ਤੁਹਾਨੂੰ ਤੂੜੇ 'ਚ ਹੋਣੀ ਹੈ ਜੀ। ਇੱਕ ਨੰਬਰ ਪਹਿਲਾ ਤੁਹਾਨੂੰ ਬਿਜਲੀ ਤੋਂ ਬੱਚਤ ਜੀ, ਨੰਬਰ 2 ਤੁਹਾਨੂੰ ਤੂੜੇ 'ਚੋਂ ਬੱਚਤ, ਨੰਬਰ 3 ਤੁਹਾਡੀ ਜਿਹੜੀ ਇਹਨਾਂ ਦੀ ਸਭ ਤੋਂ ਵੱਡੀ ਜਿਹੜੀ ਸਿਰਦਰਦੀ ਹੁੰਦੀ ਹੈ ਨਾ ਜੀ, ਕਦੇ ਚਾਬੀ ਲਾਣੀ है कदे बंद करनी है, जो चाबी का काम है ना बाबा, अब देखो वो जो रेगुलेटर लगा हुआ है ना वो करेगा, उसको कम करोगे तो चक्कर कम हो जाएंगे, उसको बढ़ाओगे तो चक्कर बढ़ जाएंगे। पर एक बात का ध्यान रखना, इसमें कभी भी ऐसे नहीं करना उसको एकदम तेज और एकदम उसको होले नहीं करना, क्योंकि जब ऐसे करोगे तो साथ के साथ उसमें एरर आ जाएगा, समझ गए ना मेरी बात। होले होले करो, और वहां पे जहाँ पे आपका काम चल रहा है वहां पे उसको 2-3 मिनट लगते हैं हवा को जाते हुए, तो एकदम आप घबरा जाओगे, यार वहां पे तो हवा का फ्लो ही नहीं बन रहा, वहां तो ये नहीं हो रहा। 2-4 मिनट 5 मिनट बाद देखोगे आपको वहां पे प्रैक्टिकली वो सब कुछ मिलेगा, आपको जो आपको चाहिए, जितनी आपको लेबल चाहिए वो मिलेगा, ठीक है कि बस इसका क्या रखना है, इसको आराम से करना है। और कोशिश करो तुसी महाराज, ਤੁਸੀਂ ਬੇਟੇ ਉਹਨਾਂ ਦੇ, ਤੁਹਾਡਾ ਕੀ ਨਾਮ ਸੀਗਾ? ਜਸ਼ਵੰਤ ਜੀ। ਤੁਸੀਂ ਇਸ ਗੱਲ ਦਾ ਖਿਆਲ ਰੱਖਣਾ ਵੀ ਤੁਹਾਡੇ ਇੱਕ ਬੰਦੇ ਦੇ ਕੋਲੇ ਇਹ ਰਵੇ ਸਾਰਾ ਸਿਸਟਮ, ਠੀਕ ਹੈ ਨਾ ਜੀ। ਜੇ ਇੱਕ ਬੰਦੇ ਇੱਕ ਹੱਥ 'ਚ ਰਹੂਗਾ ਨਾ ਜੀ ਤੇ ਬਹੁਤ ਵਧੀਆ ਕੰਮ ਹੋਊਗਾ ਜੀ, ਨਹੀਂ ਤਾਂ ਜਿਹੜਾ ਆਊਗਾ ਉਹਦਾ ਕੰਨ ਮਰੋੜੀ ਜੂਗਾ, ਕਦੇ ਇੱਧਰ ਕਰੂ ਕਦੇ ਇੱਧਰ ਕਰੂ। ਤੁਹਾਡਾ ਸਿਰਫ ਇੱਕੋ ਹੀ ਕੰਮ ਹੈ, ਲਾਲ ਤੋਂ ਬੰਦ ਕਰਨੀ ਹੈ, ਹਰੇ ਤੋਂ ਚਲਾਣੀ ਹੈ, ਔਰ ਰੈਗੂਲੇਟਰ ਨੂੰ ਆਪਣੇ ਮੁਤਾਬਕ ਥੋੜਾ ਚੇਂਜ ਕਰਨਾ ਹੈ ਜਿਵੇਂ ਤੁਹਾਨੂੰ ਲੋੜ ਪਵੇ, ਠੀਕ ਹੈ ਨਾ ਜੀ। ਤੁਹਾਡੇ ਪ੍ਰੋਪਰ ਤੁਹਾਡਾ ਸਾਰਾ ਸੈਟ ਹੈ, ਮੋਟਰ ਲੱਗ ਗਈ ਕਰਮਟਨ ਦੀ 3 ਫੇਸ ਹਾਈ ਪਾਵਰ ਮੋਟਰ ਲੱਗ ਗਈ ਹੈ, ਡਰਾਈਵ ਕਰਮਟਨ ਦੀ ਲੱਗੀ ਹੈ, ਨਾਲ ਤੁਹਾਡੇ ਸਰਵੋ ਲੱਗਿਆ ਪਿਆ ਥੱਲੇ, ਪਰ ਉਹ ਸਰਵੋ ਨਹੀਂ ਹੈ, ਤੁਹਾਡਾ ਦੇਸੀ ਜੁਗਾੜ ਹੈ। ਪਰ ਕੋਈ ਗੱਲ ਨਹੀਂ, ਤੁਸੀਂ ਪਹਿਲਾਂ ਲਿੱਤਾ ਪਿਆ ਸੀ, ਹੁਣ ਇਹਨੂੰ ਇੱਕ ਵਾਰੀ ਯੂਜ਼ ਕਰੋ, ਆਪਾਂ ਤੁਹਾਡੇ ਪੈਸੇ ਨਹੀਂ ਖਰਚਵਾਉਂਦੇ। ਜੇ ਇਹ ਕੰਮ ਨਹੀਂ ਕਰੂਗਾ ਫਿਰ ਆਪਾਂ ਇਹਦੇ ਬਾਰੇ ਸੋਚਾਂਗੇ, ਜੇ ਕੋਈ ਪ੍ਰੋਬਲਮ ਆਊਗੀ ਫਿਰ ਆਪਾਂ ਸੋਚਾਂਗੇ ਇਹਦੇ ਬਾਰੇ ਜੀ। ਨੰਬਰ 1 ਹੁਣ ਤੁਹਾਨੂੰ ਮੈਂ ਇਹ ਵੀ ਦੱਸਦਾ ਨਾਲ ਵੀ ਇਹਦੇ ਵਿੱਚ ਦੇਖੋ 1 ਸਾਲ ਦੀ ਵਾਰੰਟੀ ਹੈ ਜੀ, ਮੋਟਰ ਦੀ ਵੀ ਡਰਾਈਵ ਦੀ ਵੀ। 1 ਸਾਲ ਤੱਕ ਮੋਟਰ ਦਾ ਕੋਈ ਕੁਝ ਵੀ ਹੋਵੇ ਜਾਂ ਡਰਾਈਵ ਦਾ ਕੋਈ ਫਾਲਟ ਪੈਂਦਾ ਤਾਂ ਅਸੀਂ ਤੁਹਾਡੇ ਕੋਲ ਭੰਡਾਰੀ ਇੰਜੀਨੀਅਰਿੰਗ ਦੇ ਸਰਵਿਸਮੈਨ ਆਏਗਾ, ਫੋਰਮੈਨ ਸਾਡਾ ਜੀ। ਜੇ ਖੁਦਾ ਨਾ ਖਾਸਤਾ ਤੁਸੀਂ ਸਾਨੂੰ ਬੁਲਾਇਆ, ਡਰਾਈਵ ਦਾ ਫਾਲਟ ਨਾ ਹੋਇਆ, ਫਾਲਟ ਕੋਈ ਬਿਜਲੀ ਦਾ ਹੋਇਆ ਜੀ, ਫਿਰ ਤੁਹਾਨੂੰ ਉਹਦਾ ਪੇ ਕਰਨਾ ਪਊਗਾ ਜੀ। ਇਹ ਮੈਂ ਤੁਹਾਨੂੰ ਤਾਂ ਦੱਸ ਰਿਹਾ, ਤੁਹਾਨੂੰ ਪਹਿਲਾਂ ਹੀ ਦੱਸ ਰਿਹਾ, ਤੁਹਾਡੇ ਕੋਲੇ ਮੂਵੀ ਬਣ ਜਾਣੀ ਹੈ, ਤੁਸੀਂ ਉਹਨੂੰ ਜਦੋਂ ਮਰਜ਼ੀ ਦੇਖ ਸਕਦੇ ਹੋ। ਤੁਹਾਨੂੰ 2000 ਰੁਪਇਆ ਸਾਨੂੰ ਉਹਦਾ ਖਰਚਾ ਦੇਣਾ ਪਊਗਾ ਆਉਣ ਦਾ, ਘਰ ਅਸੀਂ ਜਾਵਾਂਗੇ। ਫਿਰ ਉਹਦੇ ਨਾਲ ਕੀ ਹੁੰਦਾ ਵੀ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਡਰਾਈਵ ਦਾ ਫਾਲਟ ਹੈ ਕਿ ਕਾਹਦਾ ਫਾਲਟ ਹੈ। ਡਰਾਈਵ ਦਾ ਫਾਲਟ ਹੋਊਗਾ ਤਾਂ ਅਸੀਂ ਹਰ ਵਕਤ ਤੁਹਾਡੇ ਕੋਲ 24 ਘੰਟੇ ਹਾਜ਼ਰ ਬਾਹਰ, ਜਦੋਂ ਜਿਵੇਂ ਵਾਰੰਟੀ ਕਿੰਨੀ ਹੈ? 1 ਸਾਲ ਦੀ ਵਾਰੰਟੀ ਹੈ ਡਰਾਈਵ ਦੀ ਜੀ, 1 ਸਾਲ ਹਾਂ ਵਾਰੰਟੀ ਹੁੰਦੀ ਹੈ ਜੀ। ਉਹ ਨਹੀਂ ਉਹ ਤੁਹਾਨੂੰ ਅਸੀਂ ਦੱਸਤਾ 1 ਸਾਲ ਦੀ ਵਾਰੰਟੀ ਮੋਟਰ ਦੀ ਵੀ ਹੈ, ਦੋਨਾਂ ਚੀਜ਼ਾਂ ਦੀ 1 ਸਾਲ ਦੀ ਵਾਰੰਟੀ ਹੈ ਜੀ, ਠੀਕ ਹੈ ਨਾ ਜੀ। ਉਹ ਅਸੀਂ ਤੁਹਾਡੇ ਨਾਲ ਹਰ ਵਕਤ ਤਤਪਰ ਆ। ਦੇਖੋ ਜਿਹੜਾ ਹਰਾ ਸੁੱਚ ਹੈ, ਲਾਲ ਸੁੱਚ ਹੈ, ਐਂਪੀਅਰ ਮੀਟਰ ਹੈ, ਆਰਪੀਐਮ ਮੀਟਰ ਹੈ, ਇਹਨਾਂ ਦੀ ਕੋਈ ਗਰੰਟੀ ਵਾਰੰਟੀ ਨਹੀਂ ਹੁੰਦੀ ਜੀ, ਕਿਉਂਕਿ ਇਹ ਕੀ ਹੈ, ਇਹ ਖਰਾਬ ਹੀ ਤਾਂ ਹੁੰਦੇ ਆ ਜਦੋਂ ਵੋਲਟੇਜ ਘੱਟ ਆਵੇ ਜਾਂ ਵੱਧ ਆਵੇ, ਇੱਕਦਮ ਘੱਟ ਵੱਧ ਆਊਗੀ ਤਾਂ ਇਹ ਖਰਾਬ ਹੋ ਜਾਣਗੇ, ਉੱਡ ਜਾਣਗੇ। ਇਹ ਐਜ ਬੱਲਬ ਹੈ ਜੀ ਇੱਕ ਤਰ੍ਹਾਂ ਦਾ, ਠੀਕ ਹੈ ਨਾ ਜੀ। ਬੱਲਬ ਦੀ ਕੋਈ ਗਰੰਟੀ ਨਹੀਂ ਹੁੰਦੀ, ਠੀਕ ਹੈ ਨਾ। ਇਸ ਕਰਕੇ ਇਹ ਤੁਹਾਨੂੰ ਜਦੋਂ ਵੀ ਜੇ ਕੋਈ ਖਰਾਬ ਹੋਊਗਾ ਜਾਂ ਕੁਝ ਹੋਊਗਾ ਤੁਹਾਡੀ ਗਲਤੀ ਕਰਕੇ ਹੋਊਗਾ, ਇਹਨੂੰ ਤੁਸੀਂ ਆਪ ਮੈਨੇਜ ਕਰਨਾ। ਇਹਦੇ 'ਚ ਬਲੋਰ ਮਾਰੋ, ਬਲੋਰ ਮਾਰ ਕੇ ਤੁਸੀਂ ਇਹਨੂੰ ਸਾਫ਼ ਕਰ ਸਕਦੇ ਹੋ। ਬਲੋਰ ਹੁੰਦਾ ਨਾ ਛੋਟਾ ਜਿਹਾ ਹਵਾ ਮਾਰਨ ਵਾਲਾ, ਇਹਦੇ 'ਚ ਆਰਾਮ ਨਾਲ ਮਾਰੋ, ਤੁਹਾਨੂੰ ਕਦੇ ਦਿੱਕਤ ਪਰੇਸ਼ਾਨੀ ਨਹੀਂ ਆਊਗੀ। ਤੁਹਾਡੀ ਉਹ ਮੋਟਰ ਪਈ ਆ ਉਸ 'ਤੇ ਬਲੋਰ ਮਾਰੋ, ਉਹਨੂੰ ਮਿੱਟੀ ਨਾ ਪੈਣ ਦਿਓ, ਉਹਨੂੰ ਸਾਫ਼ ਕਰ ਦਿਓ, ਤੁਹਾਡਾ ਸਾਰਾ ਕੰਮ ਵਧੀਆ ਚੱਲੂਗਾ, ठीक है ना जी। और कुछ तुसी पूछना चाहते हो? आपको कुछ समझ नहीं आया तो ये बताओ। समझ में आ रहा है। हाँ आ रहा है ना आपको? आ रहा है पूरा समझ। हाँ क्योंकि आप देखो हम तो चले जाएंगे आपको बता के, उसके बाद काम